लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਗ ਹੈ 550। ਹੁਣ ਤੱਕ 5 ਪੌੜੀਆਂ ਸੰਪੂਰਨ ਹੋਈਆਂ ਨੇ। ਸ਼ਲੋਕ ਮਹਲਾ ਤੀਜਾ। ਦਰਵੇਸ਼ੀ ਕੋ ਜਾਣਸੀ, ਵਿਰਲਾ ਕੋ ਦਰਵੇਸ਼। ਜੇ ਘਰ ਘਰ ਹੰਡੈ ਮੰਗਦਾ, ਤਿਗ ਜੀਵਨ ਤਿਗ ਵੇਸ। ਹਾਂਜੀ। ਸ਼ਲੋਕ ਮਹਲਾ ਤੀਜਾ। ਦਰਵੇਸ਼ੀ ਕੋ ਜਾਣਸੀ, ਬਿਰਲਾ ਕੋ ਦਰਵੇਸ਼। ਜੇ ਘਰ ਘਰ ਹੰਡੈ ਮੰਗਦਾ, ਤਿਗ ਜੀਵਨ ਤਿਗ ਵੇਸ। ਜੇ ਆਸਾ ਅੰਦੇਸਾ ਤਜ ਰਹੈ, ਗੁਰਮੁਖ ਭਿਖਿਆ ਨਾਮ। ਤਿਸ ਕੇ ਚਰਨ ਪਖਾਲੀਐ, ਨਾਨਕ ਹਉ ਬਲਿਹਾਰੈ ਜਾਉ। ਸ਼ਲੋਕ ਮਹਲਾ ਤੀਜਾ। ਦਰਵੇਸ਼ੀ ਕੋ ਜਾਣਸੀ, ਵਿਰਲਾ ਕੋ ਦਰਵੇਸ਼। ਮਹਾਰਾਜ ਕਹਿੰਦੇ ਭਾਈ ਫਕੀਰੀ ਹੈ ਨਾ ਜਿਹੜੀ, ਦਰਵੇਸ਼ੀ ਹੈ। ਦਰਵੇਸ਼ ਦੀ ਜਿਹੜਾ ਡੈਫੀਨੇਸ਼ਨ ਬਾਬਾ ਫਰੀਦ ਦਿੰਦੇ ਨੇ, ਦਰਵੇਸ਼ਾਂ ਨੂੰ ਲੋਹੜੀ ਹੈ ਰੁੱਖਾਂ ਦੀ ਜੀਰਾਂਤ। ਦਰਵੇਸ਼ ਰੁੱਖਾਂ ਵਰਗੇ ਨੇ, ਲੈਂਦੇ ਕੁਝ ਨਹੀਂ, ਦਿੰਦੇ ਹੀ ਦਿੰਦੇ ਨੇ। ਰੁੱਖ ਨੂੰ ਜੇ ਕੱਟ ਵੀ ਦਈਏ ਨਾ ਫਿਰ ਵੀ ਕੰਮ ਹੀ ਆਉਂਦਾ ਹੈ। ਜੇ ਉਹ ਫਲ ਵੀ ਨਹੀਂ ਦਿੰਦਾ, ਵੇਖੋ ਛਾਂ ਦਿੰਦਾ ਹੈ, ਬਾਲਣ ਦਿੰਦਾ ਹੈ, ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ, ਮੰਗਦਾ ਕੁਝ ਵੀ ਨਹੀਂ। ਕਹਿੰਦੇ ਇਸ ਤਰ੍ਹਾਂ ਜਿਹੜੇ ਦਰਵੇਸ਼ ਨੇ ਉਹ ਹਮੇਸ਼ਾ ਹੀ ਪਰਉਪਕਾਰੀ ਨੇ, ਪਰ ਵਿਰਲੇ ਵਿਰਲੇ ਨੇ। ਮਰ ਦਰਵੇਸ਼ਾਂ ਨੂੰ ਦਰਵੇਸ਼ੀ ਕੋ ਜਾਣ ਸੀ। ਕਹਿੰਦੇ ਮਾਰੇ ਕਿਉਂ ਕੋਈ ਵਿਰਲਾ ਵਿਰਲਾ ਹੀ ਹੈ ਜਿਹੜਾ ਇਹਦੇ ਬਾਰੇ ਜਾਣਦਾ ਕਿ ਅਸਲ ਫਕੀਰੀ ਹੈ ਕੀ ਹੈ। ਫਕੀਰੀ ਹੈ ਵਿਰਲੇ ਹੀ ਨੇ। ਮਾਰੇ ਕਹਿੰਦੇ ਜੇ ਘਰ ਘਰ ਹੰਡਾ ਮੰਗਦਾ, ਤਿਗ ਜੀਵਨ ਤਿਗ ਵੇਸ। ਤੇ ਜੇ ਘਰ ਘਰ ਜਾ ਕੇ ਭਿੱਖਿਆ ਪਿਆ ਮੰਗਦਾ ਹੋਵੇ, ਉਹ ਫਕੀਰ ਨਹੀਂ, ਉਹ ਤੇ ਮੰਗਤਾ ਮਾਰੇ। ਕਹਿੰਦੇ ਉਹਦਾ ਵੇਸ ਜੇ ਫਕੀਰਾਂ ਵਾਲਾ ਪਾਇਆ ਤਾਂ ਤਰਕਾਰ ਹੈ ਉਹਦੇ ਵਾਸਤੇ ਵੇਸ ਪਾਉਣ ਤੇ ਤਰਕਾਰ ਆ ਉਹਦੇ ਜੀਵਨ ਤੇ। ਜਿਹੜਾ ਫਕੀਰ ਹੈ ਉਹ ਡਿਪੈਂਡ ਨਹੀਂ ਕਿਸੇ ਤੇ, ਉਹ ਕਿਰਤੀ ਬਿਰਤੀ ਹੈ, ਉਹ ਕਿਸੇ ਤੇ ਡਿਪੈਂਡ ਨਹੀਂ ਹੁੰਦਾ, ਆਪਣੀ ਕਾਰ ਕਰਕੇ ਆਪ ਖਾਂਦਾ। ਉਹ ਕਿਸੇ ਕੋਲੋਂ ਭਿੱਖਿਆ ਨਹੀਂ ਮੰਗਦਾ, ਹੱਥ ਇੰਜ ਨਹੀਂ ਕਰਦਾ, ਜੇ ਕਰੂਗਾ ਤੇ ਇੰਜ ਹੀ ਕਰੂਗਾ ਹਮੇਸ਼ਾ। ਇਸ ਕਰਕੇ ਮਾਰੇ ਕਹਿੰਦੇ ਜਿਹੜੇ ਇਸ ਤਰ੍ਹਾਂ ਘਰ ਘਰ ਪਏ ਮੰਗਦੇ ਨੇ, ਅਸੀਂ ਉਹਨੂੰ ਫਕੀਰ ਕਹਿੰਦੇ ਹਾਂ, ਫਕੀਰ ਨਹੀਂ ਹੈਗੇ। ਮਾਰੇ ਕਹਿੰਦੇ ਉੱਤੇ ਤਰਕਾਰ ਹੈ ਉਹਨਾਂ ਦੇ ਜੀਵਨ ਦੇ ਉੱਤੇ। ਜੇ ਆਸਾ ਅੰਦੇਸਾ ਤਜ ਰਹਿ, ਗੁਰਮੁਖ ਭਿੱਖਿਆ ਨਾਉ। ਤੇ ਮਾਰੇ ਕਹਿੰਦੇ ਜਿਹੜਾ ਆਪਣੀਆਂ ਆਸ਼ਾਵਾਂ ਨੂੰ ਤੇ ਅੰਦਰਲੇ ਫਿਕਰ ਨੂੰ ਤਿਆਗ ਕੇ ਗੁਰੂ ਵਾਲਾ ਬਣ ਕੇ, ਗੁਰਮੁਖ ਬਣ ਕੇ ਭਿੱਖਿਆ ਮੰਗਦਾ ਹੈ ਸਿਰਫ ਤੇ ਸਿਰਫ ਨਾਮ ਦੀ। ਜਿਹੜਾ ਸਿਰਫ ਉਸ ਅਕਾਲ ਪੁਰਖ ਤੋਂ ਨਾਮ ਦੀ ਭਿੱਖਿਆ ਮੰਗਦਾ ਹੈ, ਤਿਸ ਕੇ ਚਰਨ ਪਖਾਲੀਐ, ਨਾਨਕ ਹਉ ਬਲਿਹਾਰੈ ਜਾਉ। ਤੇ ਮਹਾਰਾਜ ਕਹਿੰਦੇ ਫਿਰ ਭਾਈ ਇਹੋ ਜਿਹੇ ਫਕੀਰ ਦੇ ਤੇ ਪੈਰ ਧੋਣੇ ਚਾਹੀਦੇ ਨੇ।
ਪੈਰ ਧੋ ਕੇ ਪੀਣ ਤੋਂ ਭਾਵ ਹੁੰਦਾ ਹੈ ਬਹੁਤ ਇੱਜ਼ਤ ਕਰਨੀ, ਮਾਣ ਕਰਨਾ, ਉਹਦਾ ਬਹੁਤ ਸਤਿਕਾਰਯੋਗ ਹੈ। ਕਿਉਂਕਿ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਣਾ, ਮੈਂ ਬਲਿਹਾਰ ਜਾਣਾ ਜਿਹੜੇ ਸਿਰਫ ਤੇ ਸਿਰਫ ਪਰਮਾਤਮਾ ਤੋਂ ਨਾਮ ਦੀ ਖੈਰ ਮੰਗਦੇ ਨੇ। ਹਾਂਜੀ। ਮਹੱਲਾ ਤੀਜਾ। ਨਾਨਕ ਤਰਵਰ ਏਕ ਫਲ, ਤਰਵਰ ਏਕ ਫਲ, ਦੋਏ ਪੰਖੇਰੂ ਆਹੇ, ਪੰਖੇਰੂ ਆਏ, ਆਵਤ ਜਾਤ ਨਾ ਦੀਸਹੀ, ਜਾਤ ਨਾ ਦਿਸਹੀ, ਨਾ ਪਰ ਪੰਖੀ ਤਾਹੇ, ਪਰ ਪੰਖੀ ਤਾਹੇ, ਬੌਰੰਗੀ ਰਸ ਭੁਗਿਆ, ਰੰਗੀ ਰਸ ਭੋਗਿਆ, ਸ਼ਬਦ ਰਹਿ ਨਿਰਵਾਣ, ਰਹਿ ਨਿਰਵਾਣ, ਹਰ ਰਸ ਫਲ ਰਾਤੇ ਨਾਨਕਾ, ਰਸ ਫਲ ਰਾਤੇ ਨਾਨਕਾ, ਕਰਨ ਸੱਚਾ ਨਿਸ਼ਾਨ, ਸੱਚਾ ਨਿਸ਼ਾਨ। ਮਹੱਲਾ ਤੀਜਾ। ਨਾਨਕ ਤਰਵਰ ਏਕ ਫਲ, ਦੋਏ ਪੰਖੇਰੂ ਆਹੇ। ਮਹਾਰਾਜ ਕਹਿੰਦੇ ਇਹ ਜਿਹੜਾ ਸਰੀਰ ਹੈ ਨਾ, ਇਹ ਇੱਕ ਤਰਵਰ ਦੀ ਨਿਆਈ। ਤਰਵਰ ਕਹਿੰਦੇ ਨੇ ਦਰਖਤ ਨੂੰ। ਕਹਿੰਦੇ ਇਹਦੇ ਉੱਤੇ ਫਲ ਦੇ ਵਾਸਤੇ ਦੋ ਪੰਖੇਰੂ ਆਉਂਦੇ ਨੇ। ਇਸ ਸਰੀਰ ਵਿੱਚ ਦੋ ਪੰਛੀ ਨੇ, ਇੱਕ ਜੀਵਾਤਮਾ ਹੈ, ਇੱਕ ਮਨ ਹੈ ਜਿਹਨੂੰ ਕਹਿੰਦੇ ਹਾਂ ਅਸੀਂ ਆਪਣਾ। ਇੱਕ ਜੀਵਾਤਮਾ ਹੈ ਸਾਡੀ, ਇੱਕ ਮਨ ਹੈ, ਦੋ ਚੀਜ਼ਾਂ ਨੇ ਜਿਹਨੂੰ ਅਸੀਂ ਆਪਣਾ ਜੀਵ ਕਹਿੰਦੇ ਹਾਂ ਇੱਕ ਤਾਂ, ਇੱਕ ਪਰਮਾਤਮਾ ਰੂਪੀ ਸਰੀਰ ਜਿਹਨੂੰ ਰੂਹ ਕਹਿੰਦੇ ਹਾਂ ਅਸੀਂ ਆਪਣੇ, ਮਨ ਕਹਿੰਦੇ ਹਾਂ, ਰੂਹ ਕਹਿੰਦੇ ਹਾਂ, ਵੱਖਰੀ ਵੱਖਰੀ ਲੈਂਗੁਏਜ ਯੂਜ਼ ਕਰਦੇ ਹਾਂ। ਇਹ ਦੋ ਚੀਜ਼ਾਂ ਨੇ, ਇਹ ਦੋਵੇਂ ਹੀ ਨਜ਼ਰ ਨਹੀਂ ਆਉਂਦੀਆਂ। ਨਾ ਆਤਮਾ ਨਜ਼ਰ ਆਈ ਹੈ, ਨਾ ਹੀ ਸਾਡਾ ਜੀਵ ਆਤਮਾ ਜਿਹੜੀ ਉਹ ਨਜ਼ਰ ਆਉਂਦੀ, ਨਾ ਪਰਮਾਤਮਾ ਨਜ਼ਰ ਆਉਂਦਾ, ਦੋਵੇਂ ਨਜ਼ਰ ਨਹੀਂ ਆਉਂਦੇ। ਕਹਿੰਦੇ ਵੇਖੋ ਦੋ ਪੰਛੀ ਨੇ, ਆਵਤ ਜਾਤ ਨਾ ਦਿਸਈ, ਨਾ ਪਰ ਪੰਖੀ ਤਾਹੇ। ਨਾ ਇਹ ਆਉਂਦੇ ਨਜ਼ਰ ਆਏ, ਨਾ ਜਾਂਦੇ ਨਜ਼ਰ ਆਉਂਦੇ ਨੇ ਜਦੋਂ ਸਰੀਰ ਨੂੰ ਛੱਡਦੇ ਨੇ। ਇਹਨਾਂ ਦੇ ਖੰਭ ਨਹੀਂ ਹੈਗੀ ਜਿਹੜਾ ਫੜਫੜਾ ਕੇ ਉੱਡਣ। ਕਹਿੰਦੇ ਪੰਛੀਆਂ ਦੀ ਤਰ੍ਹਾਂ, ਜਿਸ ਤਰ੍ਹਾਂ ਪੰਛੀ ਇੱਕ ਦਰਖਤ ਉੱਤੇ ਥੋੜ੍ਹੇ ਸਮੇਂ ਲਈ ਬੈਠਦਾ ਅਤੇ ਉਡਾਰੀ ਮਾਰ ਜਾਂਦਾ, ਇਸ ਤਰ੍ਹਾਂ ਇਸ ਸਰੀਰ ਵਿੱਚ ਦੋ ਪੰਛੀ ਆਏ, ਚਲੇ ਗਏ। ਬਹੁ ਰੰਗੀ ਰਸ ਭੋਗਿਆ, ਸ਼ਬਦ ਰਹਿ ਨਿਰਵਾਣਾ। ਪਰ ਵੇਖੋ ਇਸ ਜੀਵਾਤਮਾ ਨੇ ਤਰ੍ਹਾਂ ਤਰ੍ਹਾਂ ਦੇ ਰਸਾਂ ਨੂੰ ਭੋਗਿਆ, ਪਰ ਆਪ ਨਿਰਵਾਣ ਰਿਹਾ, ਨਿਰਲੇਪ ਰਿਹਾ ਹਮੇਸ਼ਾ। ਹਰ ਰਸ ਫਲ ਰਾਤੇ ਨਾਨਕਾ, ਕਰਮ ਸੱਚਾ ਨਿਸ਼ਾਨ। ਤੇ ਜਿਹੜੇ ਨਾਮ ਰੂਪੀ ਰਸ ਦੇ ਫਲ ਵਿੱਚ ਰੱਤੇ ਹੋਏ ਨੇ, ਭਿੱਜੇ ਹੋਏ ਨੇ ਜੀਵ, ਉਹਨਾਂ ਦੇ ਉੱਤੇ ਪ੍ਰਵਾਨਗੀ ਦਾ ਨਿਸ਼ਾਨ ਹੈ। ਭਾਵ ਉਹਦੇ ਦਰ ਦੇ ਉੱਤੇ ਉਹ ਕਬੂਲ ਹੋ ਜਾਂਦੇ ਨੇ। ਜਦੋਂ ਇਹਨੂੰ ਛੱਡ ਕੇ ਸਰੀਰ ਨੂੰ ਜਾਂਦੇ ਨੇ ਤਾਂ ਉਸ ਮਾਲਕ ਦੇ ਦਰ 'ਤੇ ਉਹ ਨਿਸ਼ਾਨ ਨੇ, ਭਾਵ ਕਬੂਲ ਨੇ, ਉਸ ਮਾਲਕ ਦਰ ਉੱਤੇ ਪ੍ਰਵਾਨ ਹੋ ਜਾਂਦੇ ਨੇ। ਹਾਂਜੀ। ਪੌੜੀ। ਪੌੜੀ। ਆਪੇ ਧਰਤੀ ਆਪੇ ਹੈ ਰਾਹਕ, ਆਪੇ ਧਰਤੀ ਆਪੇ ਹੈ ਰਾਹਕ, ਆਪ ਜਮਾਏ ਪਿਸਾਵੈ, ਆਪ ਪਕਾਵੈ, ਆਪ ਭਾਂਡੇ ਦੇ ਪਰੋਸੈ, ਆਪ ਭਾਂਡੇ ਦੇ ਪਰੋਸੈ, ਆਪੇ ਹੀ ਵੈ ਖਾਵੈ। ਪੌੜੀ। ਆਪੇ ਧਰਤੀ ਆਪੇ ਹੈ ਰਾਹਕ, ਆਪ ਜਮਾਏ ਪਿਸਾਵੈ। ਹੁਣ ਮਹਾਰਾਜ ਸਾਨੂੰ ਸਮਝਾਉਂਦੇ ਨੇ ਗੱਲ ਨੂੰ ਕਿ ਇੱਥੇ ਸਾਡਾ ਕੋਈ ਰੋਲ ਨਹੀਂ ਹੈ। ਕਰਨ ਵਾਲਾ, ਕਰਵਾਉਣ ਵਾਲਾ ਉਹ ਵਾਹਿਗੁਰੂ ਅਕਾਲ ਪੁਰਖ ਆਪ ਹੈ। ਅਸੀਂ ਤੇ ਹੁਕਮੀ ਬੱਧੇ ਆਏ ਹਾਂ। ਉਹਦੇ ਹੁਕਮ ਵਿੱਚ ਇੱਕ ਪਿਕਚਰ ਬਣਦੀ। ਡਾਇਰੈਕਟਰ ਵੱਲੋਂ ਜੋ ਰੋਲ ਕਿਸੇ ਨੂੰ ਦਿੱਤਾ ਜਾਂਦਾ ਹੈ, ਜੋ ਡਾਇਰੈਕਸ਼ਨ ਜੋ ਉਹਦੇ ਵੱਲੋਂ ਹੁੰਦੀਆਂ ਨੇ, ਪਾਤਰ ਉਹੀ ਉਹ ਕਰਦੇ ਨੇ। ਇਸ ਤਰ੍ਹਾਂ ਇਹ ਦੁਨੀਆ ਇੱਕ ਬਹੁਤ ਵੱਡਾ ਰੰਗ ਮੰਚ ਹੈ। ਇਹ ਪਿੱਛੋਂ ਜੋ ਡਾਇਰੈਕਸ਼ਨ ਸਾਨੂੰ ਮਿਲਦੀਆਂ ਨੇ
ਕਿਹਨੂੰ ਮਿਲਦੀਆਂ ਨੇ? ਮਨ ਨੂੰ। ਸਾਡੇ ਅੰਦਰ ਚੰਗੇ ਜਾਂ ਮਾੜੇ ਵਿਚਾਰ ਜਿਹੜੇ ਉਪਜਦੇ ਨੇ ਉਹ ਡਾਇਰੈਕਸ਼ਨ 'ਚ ਨੇ ਸਾਰੀਆਂ। ਆਪਾਂ ਕਹਿੰਦੇ ਆ ਕਿ ਮੇਰਾ ਮਨ ਕੀਤਾ, ਮੈਂ ਇੰਜ ਕਰ ਲਿਆ। ਮੇਰਾ ਮਨ ਕੀ? ਉਹ ਕੌਣ ਹੈ ਮਨ ਜਿਹੜਾ ਕਰਦਾ ਹੈ? ਇੱਥੇ ਮੈਂ ਕਹਿੰਦੇ ਕਰਵਾਉਣ ਵਾਲਾ ਉਹ ਆਪ ਹੈ। ਮਹਾਰਾਜ ਕਹਿੰਦੇ ਆਪੇ ਧਰਤੀ, ਉਹ ਧਰਤੀ ਵੀ ਆਪ ਹੈ, ਕਿਉਂਕਿ ਧਰਤੀ ਵਿੱਚ ਵੀ ਵਸਿਆ ਹੋਇਆ, ਬਣਾਈ ਉਸਨੇ, ਵਿੱਚ ਆਪ ਵਸਿਆ ਹੋਇਆ। ਆਪੇ ਹੈ ਰਾਹਕ, ਇਸ ਨੂੰ ਵਾਹੁਣ ਵਾਲਾ ਵੀ ਆਪ ਹੈ, ਕਿਸਾਨ। ਆਪ ਜਮਾਏ ਪਿਸਾਵੈ, ਤੇ ਮੈਂ ਕਹਿੰਦੇ ਪੈਦਾ ਵੀ ਆਪ ਕਰਦਾ, ਪਿਸਾਉਂਦਾ ਵੀ ਆਪ ਹੈ। ਪਿਸਾਉਣਾ ਭਾਵ ਭੋਜਨ ਬਣਾਉਣਾ। ਆਪ ਪਕਾਵੈ, ਆਪ ਭਾਂਡੇ ਦੇ ਪਰੋਸੈ, ਪਕਾਉਣ ਵਾਲਾ ਵੀ ਆਪ ਰਿਜ਼ਕ ਤੇ ਭਾਂਡੇ 'ਚ ਪਰੋਸਣ ਵਾਲਾ ਵੀ ਆਪ ਹੈ। ਆਪੇ ਹੀ ਬਹਿ ਖਾਵੈ, ਤੇ ਖਾਣ ਵਾਲਾ ਵੀ ਆਪ ਹੈ। ਹੁਣ ਫਿਰ ਅਸੀਂ ਸਰਾਧ ਕਿਹਨੂੰ ਖਵਾਉਂਦੇ ਹਾਂ? ਫਿਰ ਅੱਜ ਕੱਲ੍ਹ ਸਰਾਧ ਚੱਲਦੇ ਪਏ ਨੇ, ਕਿਹਨੂੰ ਖਵਾ ਰਹੇ ਹਾਂ ਫਿਰ ਅਸੀਂ? ਆਪਣੀ ਹਉਮੈ, ਆਪਣੀ ਹੰਕਾਰ ਨੂੰ ਪੱਠੇ ਪਾਉਣ ਵਾਸਤੇ ਕੁਝ ਵੀ ਨਹੀਂ ਕਰ ਰਹੇ। ਇਸ ਕਰਕੇ ਮਾਰੇ ਕਹਿੰਦੇ ਜਦ ਕਰਨ ਕਰਾਉਣ ਵਾਲਾ ਵਾਹਿਗੁਰੂ ਅਕਾਲ ਪੁਰਖ ਆਪ ਹੈ। ਜੇ ਅਸੀਂ ਕਹਿੰਦੇ ਹਾਂ ਕਿ ਇਹ ਨਾਮ ਰੂਪੀ ਭੋਜਨ ਸਾਨੂੰ ਜੇ ਦਿੰਦਾ ਤਾਂ ਦੇਣ ਵਾਲਾ ਵੀ ਉਹੀ ਹੋਈ ਹੈ। ਜੇ ਨਾਮ ਰੂਪੀ ਭੋਜਨ ਸਾਨੂੰ ਦਿੱਤਾ ਹੈ ਉਸ ਮਾਲਕ ਨੇ, ਤਾਂ ਦੇਣ ਵਾਲਾ ਵੀ ਉਹੀ ਹੈ, ਲੈ ਕੇ ਆਉਣ ਵਾਲਾ ਵੀ ਉਹੀ। ਇਸ ਹਿਰਦੇ ਰੂਪੀ ਧਰਤੀ ਦੀ ਪੈਦਾ ਕਰਨ ਵਾਲਾ ਵੀ ਉਹੀ ਹੈ। ਇਹ ਸਾਨੂੰ ਮਹਾਰਾਜ ਚੇਤੇ ਕਰਾਉਂਦੇ ਨੇ। ਮਤ ਜਾਣੇ ਕਿਤੇ ਮੈਂ ਕਰ ਲਵਾਂਗਾ ਕਿ ਮੈਂ ਇਹ ਕਰ ਲਵਾਂਗਾ, ਨਹੀਂ। ਕਹਿੰਦੇ ਕਰਾਉਣ ਵਾਲਾ ਕਰਨ ਕਾਰਨ ਸਮਰੱਥ ਹੈ ਵਾਹਿਗੁਰੂ ਅਕਾਲ ਪੁਰਖ। ਉਹ ਆਪ ਹੀ ਸਭ ਕੁਝ ਕਰਨ ਵਾਲਾ ਹੈ, ਭਾਵ ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਹਾਂਜੀ। ਆਪੇ ਜਲ ਆਪੇ ਦੇ ਸ਼ਿੰਗਾਰ, ਆਪੇ ਜਲ ਆਪੇ ਦੇ ਸ਼ਿੰਗਾਰ, ਆਪੇ ਚੁਲੀ ਭਰਾਵੈ, ਚੁਲੀ ਭਰਾਵੈ, ਆਪੇ ਸੰਗਤ ਸਦ ਬਹਾਲੈ, ਆਪੇ ਸੰਗਤ ਸਦ ਬਹਾਲੈ, ਆਪੇ ਵਿਦਾ ਕਰਾਵੈ, ਜਿਸਨੂੰ ਕਿਰਪਾਲ ਹੋਵੇ ਹਰਿ ਆਪੇ, ਤਿਸਨੂੰ ਹੁਕਮ ਮਨਾਵੈ, ਆਪੇ ਜਲ ਆਪੇ ਦੇ ਛਿੰਗਾ, ਆਪੇ ਚੁਲੀ ਭਰਾਵੈ। ਕਿਉਂਕਿ ਕਿਸੇ ਨੂੰ ਭੋਜਨ ਖਾਣ ਤੋਂ ਬਾਅਦ ਲੋਕ ਚੂਲੀ ਕਰਦੇ ਨੇ, ਜਿਹਨੂੰ ਆਪਾਂ ਕੁਰਲੀ ਕਰਨਾ ਕਹਿੰਦੇ ਆ। ਆਮ ਕਰਕੇ ਦੰਦਾਂ ਵਿੱਚ ਫਸਿਆ ਹੋਇਆ ਡੱਕਾ ਵਿਆਹਾਂ ਸ਼ਾਦੀਆਂ 'ਚ ਆਪਾਂ ਵੇਖਦੇ ਹਾਂ, ਜਿਹਨੂੰ ਟੁੱਥ ਪਿੰਨ ਕਹਿੰਦੇ ਆ ਅੱਜ ਦੀ ਭਾਸ਼ਾ 'ਚ, ਉਹਨੂੰ ਪੰਜਾਬੀ ਵਿੱਚ ਛਿੰਗ ਕਹਿੰਦੇ ਆ। ਉਹ ਕਿਉਂ ਇਹ ਮਾਰੇ ਨੇ ਇਹ ਚੀਜ਼ਾਂ ਕਿਉਂ ਵਰਤੀਆਂ ਨੇ? ਚੂਲੀ ਭਰਨੀ ਹੁੰਦੀ ਕਿਸੇ ਲਈ, ਸਹੁੰ ਚੱਕ ਲੈਣੀ ਕਿਸੇ ਕੰਮ ਲਈ, ਇਹ ਕਹਿਣਾ ਕਿ ਮੈਂ ਇਹ ਕਰਾਂਗਾ। ਚੂਲੀ ਭਰਨ ਤੋਂ ਭਾਵ ਇਹੀ ਹੁੰਦਾ। ਇਹ ਦੋ ਚੀਜ਼ਾਂ ਨੇ। ਹੁਣ ਮਹਾਰਾਜ ਕਹਿੰਦੇ ਇਸ ਜ਼ਬਾਨ ਨੂੰ ਸਾਫ਼ ਕਰਨ ਵਾਲਾ, ਇਸ ਦੰਦਾਂ ਵਿੱਚ ਫਸੀ ਹੋਈ ਜਿਹੜੀ ਚੀਜ਼ ਸਾਡੇ ਕੀ ਹੈ, ਕਿਹੜਾ ਭੋਜਨ ਹੈ ਜਿਹੜਾ ਦੰਦਾਂ 'ਚ ਰਹਿ ਜਾਂਦਾ ਸਾਡੇ? ਨਿੰਦਾ, ਈਰਖਾ, ਚੁਗਲੀ, ਭਾਵ ਉਹਨੂੰ ਵਿੱਚੋਂ ਕੱਢਣ ਵਾਲਾ ਵੀ ਉਹ ਆਪ ਹੈ। ਉਹ ਚੂਲੀ 'ਚ ਭਰਾਉਣ ਵਾਲਾ ਵੀ ਆਪ ਹੈ, ਸਹੁੰ ਚੁਕਾਉਣ ਵਾਲਾ ਕਿ ਹੇ ਪ੍ਰਭੂ ਮੈਂ ਤੇਰੇ ਦਰ 'ਤੇ ਇਸ ਤਰ੍ਹਾਂ ਕਰਾਂਗਾ। ਆਪੇ ਸੰਗਤ ਸਦ ਬਹਾਲੈ, ਆਪੇ ਵਿਦਾ ਕਰਾਵੈ। ਸੰਗਤ ਵਿੱਚ ਲਿਆ ਕੇ ਬਿਠਾਉਣ ਵਾਲਾ ਵੀ ਆਪ ਹੈ, ਵਿਦਾ ਕਰਾਉਣ ਵਾਲਾ ਵੀ ਆਪ ਹੈ। ਜੇ ਕਹੀਏ ਕਿ ਅਸੀਂ ਜੁੜ ਕੇ ਬੈਠਦੇ ਹਾਂ, ਨਹੀਂ, ਉਹਦੀ ਕਿਰਪਾ ਹੈ, ਉਹਦੀ ਬਖਸ਼ਿਸ਼ ਹੈ, ਤੇ ਇਹ ਸੰਗਤ ਇੱਥੇ ਬਹਿ ਕੇ ਜੁੜਦੀ ਹੈ, ਬੈਠਦੇ ਆ, ਤੇ ਵਿਦਾ ਕਰਾਉਣ ਵਾਲਾ ਵੀ ਫਿਰ ਉਹ ਆਪ ਹੀ ਹੈ। ਜਿਸ ਨੂੰ ਕਿਰਪਾਲ ਹੋਵੇ ਹਰਿ ਆਪੇ, ਤਿਸ ਨੂੰ ਹੁਕਮ ਮਨਾਵੈ। ਇਹ ਜਿਹੜੀ ਅਖੀਰਲੀ ਲਾਈਨ ਹੈ, ਇਹਦੇ ਵਿੱਚ ਫਿਰ ਮਹਾਰਾਜ ਨੇ ਆਪਣਾ ਫੈਸਲਾ ਦਿੱਤਾ ਕਿ ਜਿਹਦੇ ਉੱਤੇ ਉਹ ਵਾਹਿਗੁਰੂ ਅਕਾਲ ਪੁਰਖ ਆਪ ਕਿਰਪਾ ਕਰਦਾ ਹੈ, ਕਹਿੰਦੇ ਫਿਰ ਉਹਦੇ ਕੋਲੋਂ ਇਹ ਹੁਕਮ ਮਨਾ ਲੈਂਦਾ। ਅਸੀਂ ਨਹੀਂ ਮੰਨਦੇ ਜੇ ਕਹੋ, ਕਹਿੰਦੇ ਫਿਰ ਉਹ ਮਨਾ ਲੈਂਦਾ, ਸੋਝੀ ਦਿੰਦਾ, ਵਡਿਆਈ ਦਿੰਦਾ, ਉਹ ਅਕਲ ਬੁੱਧੀ ਮੱਤ ਬੁੱਧ ਦੇ ਦਿੰਦਾ। ਉਹ ਫਿਰ ਉਸ ਰਸਤੇ 'ਤੇ ਆਪੇ ਹੀ ਪਾ ਦਿੰਦਾ ਜਿਹਦੇ ਉੱਤੇ ਉਹਦੀ ਕਿਰਪਾ ਹੁੰਦੀ ਹੈ, ਜਿਹਦੇ ਉੱਤੇ ਉਹਦੀ ਬਖਸ਼ਿਸ਼ ਹੁੰਦੀ ਹੈ। ਹਾਂਜੀ। ਸ਼ਲੋਕ ਮਹੱਲਾ ਤੀਜਾ। ਕਰਮ ਧਰਮ ਸਭ ਬੰਧਨਾ, ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ, ਪਾਪ ਪੁੰਨ
ਮਮਤਾ ਮੋਹ ਸੋ ਬੰਧਨਾ ਤਾਮੋ ਸੋ ਬੰਦਨਾ ਪੁੱਤਰ ਕਲਤਰ ਸੋ ਤੰਦ ਜੈ ਦੇਖਾਂ ਤੈ ਜੇਵਰੀ ਦੇਖਾਂ ਤੈ ਜੇਵਰੀ ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਨ ਸੱਚੇ ਨਾਮ ਬਿਨ ਬਰਤਨ ਵਰਤੈ ਅੰਧ ਸ਼ਲੋਕ ਮਹੱਲਾ ਤੀਜਾ। ਕਰਮ ਧਰਮ ਸਭ ਬੰਧਨਾ ਪਾਪ ਪੁੰਨ ਸੰਬੰਧ। ਹੁਣ ਇੱਥੇ ਮਹਾਰਾਜ ਉਹਨਾਂ ਲੋਕਾਂ ਦੀ ਗੱਲ ਕਰ ਜਿਹੜੇ ਨਾਮ ਤੋਂ ਖਾਲੀ ਨੇ, ਸਿਰਫ ਕਰਮ ਧਰਮ ਤੱਕ ਜੁੜੇ ਹੋਏ ਨੇ। ਕਰਮ ਧਰਮ ਪਖੰਡ ਜੋ ਦੀਸੈ ਤੇ ਜਮ ਜਗਾਤੀ ਲੂਟੈ। ਕਹਿੰਦੇ ਜੇ ਸਿਰਫ ਕਰਮ ਧਰਮ ਬਾਹਰਲਾ ਪਹਿਰਾਵਾ ਬਾਹਰਲਾ ਵਿਖਾਵਾ ਤੱਕ ਹੀ ਸੀਮਿਤ ਕਰਮਕਾਂਡ ਕੀਤੇ ਹੋਏ ਨੇ, ਕਹਿੰਦੇ ਇਹ ਸਾਰੇ ਬੰਧਨ ਨੇ। ਤੇ ਸੰਬੰਧ ਕਾਹਦੇ ਨਾਲ ਰਹਿ ਗਿਆ? ਪਾਪ ਪੁੰਨ ਨਾਲ, ਵੀ ਆਹ ਕੰਮ ਕਰਨ ਨਾਲ ਪਾਪ ਹੋ ਜਾਊਗਾ, ਆਪ ਕਰਨ ਨਾਲ ਪੁੰਨ ਲੱਗੂਗਾ। ਬਸ ਇਹ ਪਾਪ ਪੁੰਨ ਦੇ ਚੱਕਰ ਵਿੱਚ ਹੀ ਬੰਦਾ ਕਰਮਾਂ ਕਾਂਡਾਂ 'ਚ ਪਿਆ ਹੋਇਆ ਹੈ। ਤੇ ਅਸੀਂ ਵੇਖਦੇ ਹਾਂ ਕਿ ਸਾਡਾ ਸਮਾਜ, ਸਾਨੂੰ ਮਹਾਰਾਜ ਨੇ ਜਿਉਂਦੇ ਜੀ ਮੁਕਤ ਕੀਤਾ ਸੀ ਬਹੁਤ ਸਾਰੀਆਂ ਗੱਲਾਂ ਤੋਂ, ਪਰ ਅਸੀਂ ਅਜੇ ਵੀ ਉਹਨਾਂ ਕਰਮ ਕਾਂਡਾਂ 'ਚ ਫਸੇ ਹੋਏ ਹਾਂ। ਅਜੇ ਵੀ ਅਸੀਂ ਥਿੱਤਾਂ ਤਿਉਹਾਰਾਂ 'ਚ ਉਲਝੇ ਹੋਏ ਹਾਂ। ਅਜੇ ਵੀ ਅਸੀਂ ਗ੍ਰਹਿਾਂ ਦੇ ਚੱਕਰਾਂ 'ਚ ਫਸੇ ਹੋਏ ਹਾਂ। ਅਜੇ ਵੀ ਅਸੀਂ ਰਾਸ਼ੀ ਫਲਾਂ 'ਚ ਫਸੇ ਹੋਏ ਹਾਂ। ਅਜੇ ਵੀ ਨਹੀਂ ਨਿਕਲੇ, ਸਾਨੂੰ ਮਹਾਰਾਜ ਨੇ ਕੱਢਿਆ ਨਾਲੇ ਗੱਲ। ਪਰ ਫਿਰ ਵੀ ਕਹਿੰਦੇ ਇਹ ਜਿਹੜੇ ਨਾਮ ਤੋਂ ਖਾਲੀ ਨੇ, ਨਾਮ ਤੋਂ ਹੀਣੇ ਨੇ, ਉਹਨਾਂ ਦੀ ਮਹਾਰਾਜ ਤੀਜੇ ਪਾਤਸ਼ਾਹ ਗੱਲ ਕਰਦੇ ਨੇ ਇੱਥੇ। ਮਮਤਾ ਮੋਹ ਸੋ ਬੰਧਨਾ ਪੁੱਤਰ ਕਲਤਰ ਸੋ ਧੰਦ। ਮਮਤਾ ਆਪਣਤ ਵੀ, ਆ ਵੀ ਮੇਰਾ ਹੈ, ਉਹ ਵੀ ਮੇਰਾ ਹੈ, ਉਹ ਚੀਜ਼ ਨਾਲ ਫਿਰ ਮੋਹ ਪੈ ਗਿਆ। ਇਹ ਦੋ ਚੀਜ਼ਾਂ ਬੰਨਣ ਪੈ ਗਿਆ, ਇਹ ਜੀਵ ਬੰਨਿਆ ਗਿਆ ਇਹਦੇ 'ਚ। ਪੁੱਤਰ ਕਲਤਰ ਸੋ ਧੰਦ। ਕਹਿੰਦੇ ਫਿਰ ਪੁੱਤਰ ਕਲਤਰ, ਪੁੱਤਰ ਤੋਂ ਭਾਵ ਹੈ ਸੰਤਾਨ, ਕਲਤਰ ਇਸਤਰੀ। ਆਪਣੇ ਪਰਿਵਾਰ ਲਈ ਫਿਰ ਉਹ ਕਿਰਤ ਕਰਨ ਦੀ ਬਜਾਏ ਧੰਦਾ ਕਰਨ ਲੱਗ ਪਿਆ। ਫਿਰ ਝੂਠ ਬੋਲ ਕੇ, ਠੱਗੀ ਮਾਰ ਕੇ, ਕਹਿੰਦੇ ਸਾਰਾ ਧੰਦਾ ਪਟਣਾ ਸ਼ੁਰੂ ਕਰ ਦਿੱਤਾ। ਜੈ ਦੇਖਾਂ ਤੈ ਜੇਵਰੀ ਮਾਇਆ ਕਾ ਸੰਬੰਧ। ਕਹਿੰਦੇ ਮੈਂ ਜਿੱਧਰ ਵੀ ਵੇਖਦਾ ਇਹ ਜੇਵਰੀ ਪਈ ਹੈ ਮਾਇਆ ਦੀ, ਸੰਬੰਧ ਮਾਇਆ ਦਾ ਹੀ ਹੈ। ਬਸ ਜਦ ਤੱਕ ਮਾਇਆ ਦਿਓਗੇ ਬਾਪੂ ਜੀ ਹੋ, ਜਦੋਂ ਛੱਡ ਦਿਓਗੇ ਫਿਰ ਬੁੜਾ ਹੋ ਜਾਂਦਾ ਉਸੇ ਵੇਲੇ। ਜਦ ਤੱਕ ਇਹ ਦੁਨੀਆ ਦੇ ਜਿਹੜੇ ਸੰਬੰਧ ਨੇ ਇਹ ਪੈਸੇ ਤੇ ਖੜੇ ਨੇ, ਮਾਇਆ ਕਾ ਸੰਬੰਧ ਹੈ। ਜਿਹੜੇ ਮਨਮੁਖ ਲੋਕਾਂ ਦਾ ਸੰਬੰਧ ਮਾਇਆ ਨਾਲ ਹੀ ਹੈ, ਜਿਹੜਾ ਗੁਰਮੁਖ ਲੋਕਾਂ ਦਾ ਸੰਬੰਧ ਹੈ ਜੀਵਾਤਮਾ ਨਾਲ ਹੈ। ਉਹ ਪ੍ਰਮਾਤਮਾ ਦੇ ਤਲ ਤੇ ਖੜੇ ਨੇ ਤੇ ਆਮ ਲੋਕਾਂ ਨੂੰ ਉਹਦੀ ਫਿਰ ਸਮਝ ਨਹੀਂ ਆਉਂਦੀ। ਕਿਉਂ? ਕਿਉਂਕਿ ਜਦ ਇੰਨੀ ਜਨਤਾ ਪੈਸੇ ਦੇ ਸਿਰ ਤੇ ਖੜੀ ਹੈ, ਇੰਨੀ ਜਨਤਾ ਮਾਇਆ ਦੇ ਆਧਾਰ ਤੇ ਖੜੀ ਹੈ, ਤਾਂ ਜੇ ਵਿੱਚੋਂ ਦੋ ਚਾਰ ਇਸ ਤਰ੍ਹਾਂ ਨਿਕਲ ਵੀ ਆਉਣ, ਸਾਨੂੰ ਲੱਗਦਾ ਵੀ ਇਹ ਇੰਜ ਹੋ ਨਹੀਂ ਸਕਦਾ। ਤਾਂ ਮਾਰੇ ਕਹਿੰਦੇ ਜਿਹੜੇ ਨਾਮ ਤੋਂ ਹੀਣੇ ਨੇ ਉਹ ਤਾਂ ਸੰਬੰਧ ਫਿਰ ਮਾਇਆ ਦਾ ਹੀ ਹੈ। ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਨਾ ਵਰਤਣ ਵਰਤੈ ਅੰਧ। ਮਹਾਰਾਜ ਕਹਿੰਦੇ ਫਿਰ ਜਿਹੜੇ ਨਾਮ ਤੋਂ ਬਿਨਾਂ ਨੇ ਨਾ, ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਉਹਨਾਂ ਦਾ ਵਰਤਨ ਵਰਤਾਰਾ ਨਹੀਂ ਹੈ, ਹਨੇਰਾ ਹੈ, ਕੁਝ ਵੀ ਨਹੀਂ ਉਹਦੇ ਵਿੱਚ। ਉਹਨਾਂ ਦਾ ਵਰਤਨ ਵਰਤਾਰਾ ਜਿਹੜਾ ਹੈ ਉਹ ਫਿਰ ਗੁਣਾਂ ਦੀ ਸਾਂਝ ਨਹੀਂ ਹੈ, ਉਹ ਤੇ ਸੰਬੰਧ ਪੈਸੇ ਦਾ ਹੈ। ਮਾਇਆ ਕਾ ਸੰਬੰਧ ਹੈ। ਜਿਹੜੇ ਨਾਮ ਤੋਂ ਹੀਣੇ ਨੇ ਉਹਨਾਂ ਦੀ ਮਹਾਰਾਜ ਇੱਥੇ ਗੱਲ ਕਰਦੇ ਪਏ ਨੇ। ਹਾਂਜੀ। मेरे राम हम बारक हर प्रभ के हैं एयाणे। हम बारक हर प्रभ के हैं एयाणे।